ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨ ਕੇ ਨਾਸ਼ਕ, ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤਿ ਪਰਕਾਸ਼ਕ, ਸ਼੍ਰੀ ਹਰਿ ਰਾਇ ਨਾਮੁ ਕਰ ਜੋਰੀ, ਨਾਮੁ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰਾ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਲੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿੰਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਸ੍ਰੀ ਹਰਿਗੋਬਿੰਦ ਬਖਾਨੀ, ਕਯੋ ਚਿੰਤਾ ਚਿਤ ਦੀਨ ਮਹਾਨੀ। ਮਤ ਸਰ ਆਦ ਤਿਆਗ ਉਰ ਦੀਜੈ, ਨਹੀਂ ਸ਼ੋਭ ਕੋ ਮਨ ਬਹਿ ਕੀਜੈ। ਸੁਨ ਸ੍ਰੀ ਹਰਿਗੋਬਿੰਦ ਬਖਾਨੀ। ਚਵਰ छत्र तख्त के मालिक
ਗੁਰਤਾ ਗੱਦੀ ਉੱਪਰ ਸੁਭਾਇਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜੋਤ ਸਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਿ ਉਪਕਾਰੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਵਿਖੇ ਰਾਤਰੀ ਦੇ ਪਾਵਨ ਪਵਿੱਤਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ ਪ੍ਰੇਮ ਸਤਿਕਾਰ ਸਮੇਤ ਬੁਲਾਈ ਫਤਿਹ ਸਭ ਨੂੰ ਪ੍ਰਵਾਨ ਹੋਵੇ। ਸਭ ਰਸਨਾ ਸਫਲਾਓ ਬੁਲੰਦ ਆਵਾਜ਼ ਵਿੱਚ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਸਤਿਗੁਰਾਂ ਦੇ ਦਰਸ਼ਨ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ ਅਤੇ ਸ਼੍ਰੀ ਮੁਖ ਵਾਕ ਸ਼੍ਰਵਣ ਕਰਕੇ ਵਡਭਾਗੀਆਂ ਨੇ ਲਾਭ ਪ੍ਰਾਪਤ ਕੀਤਾ ਲਾਹਾ ਖਟਿਆ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਸੋ ਆਓ ਮਨ ਦੀਆਂ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ ਸੁਰਤ ਨੂੰ ਟਿਕਾਓ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜੀਏ ਤਾਂ ਕਿ ਸੁਖ ਲਾਭ ਪ੍ਰਾਪਤ ਹੋਵੇ। ਲੜੀ ਜੋੜਨ ਦੇ ਵਾਸਤੇ ਕੱਲ੍ਹ ਵਾਲਾ ਵਿਚਾਰਿਆ ਹੋਇਆ ਪ੍ਰਸੰਗ ਸੰਖੇਪ ਕੁਮਾਤਰ ਦੁਹਰਾਉਣਾ ਹੈ ਤਾਂ ਕਿ ਰਸ ਬਣਿਆ ਰਹੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਵਡਿਆਇਆ ਹੈ ਬਖਸ਼ਿਸ਼ ਕੀਤੀ ਗੁਰਤਾ ਗੱਦੀ ਦੀ ਰਹਿਮਤ ਸਤਿਗੁਰਾਂ ਦੀ ਝੋਲੀ ਵਿੱਚ ਪਾਈ ਔਰ ਆਪਣੇ ਸਥਾਨ ਤੇ ਸੁਭਾਇਮਾਨ ਕਰਵਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਸ਼ਕਰਨ ਮਹਿਲਾਂ ਵਿੱਚ ਸਨ ਕਿ ਇੱਕ ਦਿਨ ਇਕਾਂਤ ਨਿਵਾਸ ਵੇਖ ਕੇ ਮਾਤਾ ਮਰਵਾਹੀ ਜੀ ਨੇ ਆਪਣੇ ਮਨ ਦੀ ਦੁਬਿਧਾ ਵਿਥਿਆ ਸਤਿਗੁਰਾਂ ਦੇ ਸਾਹਮਣੇ ਸਨਮੁਖ ਅਰਜ਼ ਕੀਤੀ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਵੱਡੇ ਪੁੱਤਰ ਬਾਬਾ ਸੂਰਜਮਲ ਜੀ ਜੋ ਹਮੇਸ਼ਾ ਆਪ ਜੀ ਦੀ ਰਜ਼ਾ ਵਿੱਚ ਰਹੇ ਆਪ ਜੀ ਦੇ ਹੁਕਮ ਵਿੱਚ ਰਹੇ ਸੇਵਾ ਵਿੱਚ ਚਿੱਤ ਲਾਇਆ ਔਰ ਸਾਰੇ ਗੁਣ ਸਨ ਉਹਨਾਂ ਦੇ ਵਿੱਚ ਵੱਡੇ ਵੀ ਸੀ ਸਭ ਤੋਂ ਆਪ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਆਪਣੇ ਪੁੱਤਰਾਂ ਵਿੱਚੋਂ ਕਿਉਂ ਨਹੀਂ ਕੀਤੀ ਕਿਸੇ ਨੂੰ।
ਆਪਣੇ ਪੋਤਰੇ ਨੂੰ ਇਸ ਤਖਤ ਤੇ ਕਿਉਂ ਸੁਭਾਇਮਾਨ ਕਰਵਾਇਆ ਹੈ? ਤੁਹਾਡੇ ਪੁੱਤਰ ਕੱਲ੍ਹ ਨੂੰ ਕੀ ਕਰਨਗੇ? ਕਿਉਂਕਿ ਉਹਨਾਂ ਨੂੰ ਕੋਈ ਹੋਰ ਕਿਰਤ ਵੀ ਤਾਂ ਨਹੀਂ ਕਰਨੀ ਆਉਂਦੀ। ਉਹਨਾਂ ਨੂੰ ਤੇ ਆਪ ਜੀ ਦਾ ਓਟ ਆਸਰਾ ਹੈ, ਆਪ ਜੀ ਨੂੰ ਸਮਰੱਥ ਜਾਣਦੇ ਹੈ, ਆਪ ਜੀ ਨੂੰ ਦਾਤੇ ਸਮਝਦੇ ਹਨ। ਸੋ ਗਰੀਬ ਨਵਾਜ ਭਤੀਜੇ ਤੇ ਗਾਂ ਦੁਨਿਆਵੀ ਨਜ਼ਰ ਤੋਂ ਵੇਖੀਏ ਸ਼ਰੀਕਾਂ ਦੀ ਜਗ੍ਹਾ ਹੁੰਦੇ ਹੈ ਕਿ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਨਾਲ ਨਿਭਾਉਣਗੇ। ਜਿਸ ਤਰੀਕੇ ਨਾਲ ਤੁਸੀਂ ਇਹਨਾਂ ਤੇ ਮਿਹਰ ਕਰਦੇ ਸੀ, ਗੁਰੂ ਹਰਿਰਾਏ ਸਾਹਿਬ ਜੀ ਇਹਨਾਂ ਤੇ ਪ੍ਰਸੰਨਤਾ ਕਰਨਗੇ। ਮਾਤਾ ਜੀ ਦੇ ਇਹਨਾਂ ਸਵਾਲਾਂ ਦੇ ਜਵਾਬ ਗਰੀਬ ਨਵਾਜ ਨੇ ਦਿੱਤੇ। ਸਾਡੇ ਦੇ ਉੱਪਰ, ਸਾਡੇ ਤਾਂ ਜਿਹੜੇ ਸਿੱਖ ਸਾਡੇ ਉੱਪਰ ਭਰੋਸਾ ਰੱਖਦੇ ਆ, ਯਕੀਨ ਰੱਖਦੇ ਆ, ਉਹਨਾਂ ਦੇ ਵੀ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਹੈ, ਉਹਨਾਂ ਨੂੰ ਕੋਈ ਤੋਟ ਨਹੀਂ ਰਹਿੰਦੀ। ਇਹ ਤਾਂ ਫਿਰ ਸਾਡੇ ਪੁੱਤਰ ਹੈ, ਸਾਡੇ ਅੰਸ਼ ਹੈ। ਇਹਨਾਂ ਨੂੰ ਕਿਸੇ ਪ੍ਰਕਾਰ ਦੀ, ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਆਏਗੀ। ਸੰਗਤਾਂ ਇਹਨਾਂ ਨੂੰ ਪੂਜਦੀਆਂ ਰਹਿਣਗੀਆਂ, ਸੰਗਤਾਂ ਇਹਨਾਂ ਨੂੰ ਹਮੇਸ਼ਾ ਸੇਵਦੀਆਂ ਰਹਿਣਗੀਆਂ, ਸੰਗਤਾਂ ਹਮੇਸ਼ਾ ਇਹਨਾਂ ਦੇ ਉੱਪਰ ਭਾਵਨਾ ਰੱਖਣਗੀਆਂ। ਔਰ ਰਹੀ ਗੱਲ ਗੁਰਤਾ ਗੱਦੀ ਦੇ ਤਖਤ ਦੀ, ਇਹ ਕਿਸੇ ਨੂੰ ਵੱਡੇ ਛੋਟੇ ਹੋਣ ਦੇ ਨਾਲ ਪ੍ਰਾਪਤ ਨਹੀਂ ਹੁੰਦਾ, ਰਿਸ਼ਤੇਦਾਰ ਸਾਕ ਸੰਬੰਧ ਹੋਣ ਦੇ ਨਾਲ ਪ੍ਰਾਪਤ ਨਹੀਂ ਹੁੰਦਾ। ਇਹ ਤਾਂ ਧੁਰ ਦਰਗਾਹੋਂ ਉਸ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ, ਮਿਹਰ ਹੁੰਦੀ ਹੈ। ਇਹ ਜਿਹਨੂੰ ਅਕਾਲ ਪੁਰਖ ਦੀ ਰਹਿਮਤ ਦੁਆਰਾ ਰਜਾ ਵਿੱਚ ਪ੍ਰਾਪਤ ਹੋਣਾ ਹੁੰਦਾ ਹੈ, ਬਸ ਉਸੇ ਨੂੰ ਹੀ ਪ੍ਰਾਪਤ ਹੋਣਾ ਹੁੰਦਾ ਹੈ। ਸੋ ਇਸ ਕਰਕੇ ਆਪਣੇ ਮਨ ਦੀ ਦੁਬਿਧਾ ਨੂੰ ਤਿਆਗੋ ਤੇ ਚਿੱਤ ਨੂੰ ਅਡੋਲ ਰੱਖੋ। ਪਿਛਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਤੋਂ ਗੁਰੂ ਅਰਜਨ ਦੇਵ ਸਾਹਿਬ ਤੱਕ ਗਰੀਬ ਨਵਾਜ ਦੇ ਜੀਵਨ ਕੌਤਕ ਵਿਚਾਰੋ। ਉਹਨਾਂ ਨੇ ਆਪਣੇ ਪੁੱਤਰਾਂ ਨੂੰ ਤਿਆਗ ਕੇ ਆਪਣੇ ਸੇਵਕਾਂ ਨੂੰ ਬਖਸ਼ਿਸ਼ਾਂ ਕੀਤੀਆਂ। ਉਹ ਪ੍ਰਸੰਗ ਮਨ ਵਿੱਚ ਲਿਆਵੋ। ਜਦੋਂ ਮਾਤਾ ਜੀ ਨੇ ਵਚਨ ਸੁਣੇ, ਸਮਝ ਗਏ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਆਪਣੇ ਸਰੀਰ ਦਾ ਪਰਿਤਿਆਗ ਕਰਨਗੇ ਔਰ ਇਹਨਾਂ ਦੇ ਸਰੀਰ ਤਿਆਗ ਜਾਣ ਤੋਂ ਬਾਅਦ ਸਾਡਾ ਇਸ ਸੰਸਾਰ ਦੇ ਵਿੱਚ ਕੌਣ ਹੈ? ਸਾਡੇ ਪ੍ਰਾਣ ਆਧਾਰ, ਸਾਡੇ ਜਿਉਣ ਦਾ ਆਸਰਾ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੀ ਹਨ। ਇਉਂ ਵਿਚਾਰ ਕੇ ਮਾਤਾ ਜੀ ਇਹਨਾਂ ਸੋਚਾਂ ਵਿੱਚ ਡੁੱਬੇ ਹੋਏ ਸਤਿਗੁਰੂ ਦੇ ਪਾਸ ਵਿਰਾਜੇ ਹੋਏ ਆ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਇਤਿਹਾਸ ਦੀ ਪਾਵਨ ਵਿਚਾਰ ਆ ਰਹੀ ਹੈ, ਆਓ ਸ਼ਰਵਣ ਕਰਕੇ ਨਿਹਾਲ ਹੋਣ ਦਾ ਯਤਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਤ ਕੇ ਜੀਵਤ ਵਹਿ ਸਦਾਉ। ਮਾਤਾ ਜੀ ਵਿਚਾਰਦੇ ਆ ਕਿ ਸਤਿਗੁਰਾਂ ਨੇ ਹੁਣ ਸਰੀਰ ਤਿਆਗ ਜਾਣਾ ਹੈ। ਸਾਡੇ ਪਤੀ ਪਰਮੇਸ਼ਰ ਹੈ, ਸਾਡਾ ਓਟ ਆਸਰਾ ਹੈ। ਸੋ ਅਸੀਂ ਇਹਨਾਂ ਦੇ ਆਧਾਰ ਆਸਰੇ ਹੀ ਹਾਂ। ਇਉਂ ਵਿਚਾਰਦੇ ਹੋਏ ਸੋਚਦੇ ਆ ਕਿ ਇਹਨਾਂ ਦੇ ਜਿਉਂਦੇ ਜੀ ਮੈਂ ਇਹ ਕਰਤਾਰਪੁਰ ਸਾਹਿਬ ਨਗਰ ਛੱਡ ਜਾਵਾਂ ਤੇ ਜਾਂ ਫਿਰ ਮੈਂ ਕੋਈ ਇਹਨਾਂ ਦੇ ਪਾਸੋਂ, ਇਹਨਾਂ ਦੇ ਅਮਰ ਬਚਨਾਂ ਦੇ ਰਾਹੀਂ ਕੋਈ ਅਮਰ ਆਸ਼ੀਰਵਾਦ, ਕੋਈ ਵਸਤੂ ਇਹਨਾਂ ਦੇ ਪਾਸੋਂ ਮੈਂ ਪ੍ਰਾਪਤ ਕਰ ਲਵਾਂ। ਇਸ ਤਰੀਕੇ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਮਾਤਾ ਮਰਵਾਹੀ ਜੀ ਨੇ ਸਤਿਗੁਰਾਂ ਦੇ ਮਹਿਲ, ਉਹਨਾਂ ਨੇ ਵਿਚਾਰ ਹਿਰਦੇ ਵਿੱਚ ਉਤਪੰਨ ਕੀਤੀ। ਗੁਰੂ ਨਿਤ ਦੇ ਹੱਥ ਕਰ ਆਈ।
ਔਰ ਉਸ ਸਮੇਂ ਸਤਿਗੁਰਾਂ ਦੇ ਪਾਸੋਂ ਉੱਠ ਕਰਕੇ ਵਾਪਸ ਆਪਣੀ ਰਹਿائش ਸਥਾਨ ਤੇ ਪਹੁੰਚ ਗਏ ਨਜ ਘਰ ਮੈਂ ਸਭ ਤਿਆਰੀ ਕੀਨਾ ਔਰ ਆਪਣੇ ਘਰ ਦੇ ਵਿੱਚ ਆ ਕਰਕੇ ਸਾਰੀ ਤਿਆਰੀ ਉਹਨਾਂ ਨੇ ਮੁਕੰਮਲ ਕਰ ਲਈ ਹੈ। ਸੂਰਜ ਮਲ ਤੋਂ ਲਾਏ ਢਕ ਲੀਨਾ ਔਰ ਆਪਣੇ ਸੁਪੁੱਤਰ ਬਾਬਾ ਸੂਰਜਮਲ ਜੀ ਨੂੰ ਮਾਤਾ ਮਰਵਾਹੀ ਜੀ ਨੇ ਉਸ ਸਮੇਂ ਆਪਣੇ ਪਾਸ ਬੁਲਾ ਲਿਆ ਜੀ। ਸੁਨੋ ਪੁੱਤਰ ਅਬ ਕਿਆ ਕਾਜੂ ਕਹਿਣ ਲੱਗੇ ਬਚਨ ਸੁਣੋ ਪੁੱਤਰ ਜੀ, ਸਾਡਾ ਹੁਣ ਇੱਥੇ ਕੀ ਕੰਮ ਹੈ। ਕਰੇ ਨਰਾਸ ਗੁਰੂ ਮਹਾਰਾਜੂ ਸਾਨੂੰ ਗਰੀਬ ਨਵਾਜ ਗੁਰੂ ਸਾਹਿਬ ਜੀ ਨੇ ਇਹ ਬਰਕਤਾਂ ਦੇ ਬਚਨ ਦੇ ਦਿੱਤੇ ਹੈ। ਗੁਰਤਾ ਗੱਦੀ ਦੀ ਪ੍ਰਾਪਤੀ ਤਾਂ ਨਹੀਂ ਹੋ ਸਕੀ, ਗੁਰਤਾ ਗੱਦੀ ਦੀ ਪ੍ਰਾਪਤੀ ਦੀ ਆਸ ਤੋਂ ਸਾਨੂੰ ਨਿਰਾਸ਼ ਕਰ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ। ਐਨ ਕੋ ਤਨ ਜਪ ਲਗ ਹੈ ਹੁਣ ਇਸ ਕਰਕੇ ਇਹਨਾਂ ਦਾ ਸਰੀਰ ਜਦੋਂ ਤੱਕ ਸਥਿਰ ਹੈ, ਜਦੋਂ ਤੱਕ ਇਹਨਾਂ ਦਾ ਸਰੀਰ ਇਸ ਸੰਸਾਰ ਵਿੱਚ ਕਾਇਮ ਹੈ, ਤਬਲੋ ਇਹਨਾਂ ਰਹਿਣ ਹਮਲਾ ਹੈ ਉਹਨਾਂ ਚਿਰ ਤੱਕ ਅਸੀਂ ਇੱਥੇ ਹੀ ਇਹਨਾਂ ਦੇ ਪਾਸ ਵਿਰਾਜਾਂਗੇ। ਪਣ ਹਰ ਰਾਏ ਮਾਲ ਕੀ ਲੀਨਾ ਫਿਰ ਇਹਨਾਂ ਦੇ ਪਾਵਨ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਸੁਭਾਇਮਾਨ ਹੋਏ ਹਨ। ਕੈਮ ਕਛ ਦੇ ਸਲਿਕਾ ਜੀਨਾ ਔਰ ਸ਼ਰੀਕਾ ਜਾਣ ਕੇ ਉਹ ਕਿਸ ਪ੍ਰਕਾਰ ਦੇ ਨਾਲ ਕੁਝ ਸਾਨੂੰ ਬਖਸ਼ਿਸ਼ ਕਰਨਗੇ। ਇਹ ਨਿਰੇ ਦੁਨਿਆਵੀ ਸਿਹਤ ਤੋਂ ਬਚਨ ਨਹੀਂ ਲੈਣੇ ਚਾਹੀਦੇ ਕਿ ਸ਼ਰੀਕਾ ਉਹ ਸਾਡਾ ਦੁਨਿਆਵੀ ਲੋਕਾਂ ਵਾਲਾ ਸ਼ਰੀਕਾ ਨਹੀਂ ਹੁੰਦਾ ਵੀ ਭਰਾਵਾਂ 'ਚ ਲੜਾਈ ਹੋਈ, ਕੰਧਾਂ ਖਿੱਚਤੀਆਂ, ਇੱਕ ਦੂਜੇ ਨੂੰ ਬੋਲ ਚਾਲ ਬੰਦ ਕਰਤਾ, ਮਿਲਣ ਵਰਤਨ ਬੰਦ ਕਰਤਾ। ਉਸ ਸ਼ਰੀਕੇ ਦੀ ਗੱਲ ਨਹੀਂ ਹੋ ਰਹੀ ਇੱਥੇ ਅਧਿਆਤਮ ਦੇ ਪੱਖ ਤੋਂ ਪਾਸਾ ਵੱਟਣ ਦੀ ਗੱਲ ਹੈ ਗੁਰੂ ਦੀ ਰਜ਼ਾ ਦੇ ਵਿੱਚ। ਸ਼ਰੀਕੇ ਦਾ ਅਰਥ ਵੈਸੇ ਪਾਸਾ ਹੀ ਹੁੰਦਾ ਹੈ, ਲਾਂਭ ਕਰਨੀ ਹੁੰਦਾ ਹੈ। ਸੋ ਮਾਤਾ ਜੀ ਇਹ ਕਹਿਣਾ ਚਾਹੁੰਦੇ ਆ ਵੀ ਗੁਰਤਾ ਗੱਦੀ ਦੀ ਮਾਲਕੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਹੈ। ਇਸ ਕਰਕੇ ਹੁਣ ਆਪਾਂ ਇੱਥੋਂ ਪਾਸਾ ਕਰੀਏ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਕਿਹਾ ਸੀ ਵੀ ਤੁਸੀਂ ਇੱਥੇ ਨਹੀਂ ਵਸਣਾ, ਖਡੂਰ ਸਾਹਿਬ ਦੇ ਰਾਹ ਪਾਤਾ ਸੀ ਵੀ ਕਰਤਾਰਪੁਰ ਸਾਹਿਬ ਤਿਆਗ ਦਿਓ ਤੁਸੀਂ। ਔਰ ਉੱਥੋਂ ਖਡੂਰ ਸਾਹਿਬੋਂ ਗੁਰੂ ਅੰਗਦ ਦੇਵ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਜੀ ਤੇ ਮਿਹਰ ਕਰਕੇ ਉਹਨਾਂ ਨੂੰ ਕਹਿਤਾ ਸੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ, ਖਡੂਰ ਸਾਹਿਬ ਨੇ ਨਿਵਾਸ ਰੱਖਣਾ ਤੁਸੀਂ। ਔਰ ਗੋਇੰਦਵਾਲ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਨਵਾਜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੁਭਾਇਮਾਨ ਕਰਵਾ ਦਿੱਤਾ ਸੀ। ਅੱਗੋਂ ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ, ਪ੍ਰਿਥੀ ਚੰਦ ਨੇ ਸਤਿਗੁਰਾਂ ਦੇ ਨਾਲ ਤਕਰਾਰ ਵਧਾਇਆ, ਈਰਖਾ ਕੀਤੀ। ਸੱਚੇ ਪਾਤਸ਼ਾਹ ਕੁਝ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਭ ਨਗਰੀ ਨੂੰ ਤਿਆਗ ਕਰਕੇ ਛਾਟਾ ਸਾਹਿਬ ਜਾ ਵਸੇ। ਭਾਈ ਕੀ ਡਰੋਲੀ ਵਾਹਿਗੁਰੂ ਛਾਟਾ ਸਾਹਿਬ ਵਡਾਲੀ ਨਗਰ ਦੇ ਵਿੱਚ, ਔਰ ਉੱਥੇ ਹੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸ਼ੁਭ ਪ੍ਰਕਾਸ਼ ਹੋਇਆ। ਸੋ ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਨਮ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਇੱਥੋਂ ਫਿਰ ਪ੍ਰਚਾਰ ਹਿੱਤ ਨਿਸ਼ਾਨਾ ਮਿੱਥ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਕੀ ਡਰੋਲੇ ਕਿੰਨਾ ਲੰਮਾ ਸਮਾਂ ਵਸੇ। ਕਰਤਾਰਪੁਰ ਸਾਹਿਬ ਵੀ ਰਹੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹ ਨਗਰ ਵਸਾਇਆ ਸੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਉੱਥੇ ਨਗਰ ਦੇ ਵਿੱਚ ਰਹਿ ਕਰਕੇ ਬਹੁਤ ਸੰਗਤਾਂ ਨੂੰ ਉਤਾਰਿਆ। ਫਿਰ ਇੱਥੋਂ ਸ਼੍ਰੀ ਕਰਤਾਰਪੁਰ ਸਾਹਿਬ ਕੀਰਤਪੁਰ ਸਾਹਿਬ ਸ਼ੁਭ ਨਗਰ ਦੇ ਵਿੱਚ ਜਾ ਵਿਰਾਜੇ। ਸੋ ਸਮੇਂ ਜਦੋਂ ਗੁਰਤਾ ਗੱਦੀ ਦੇ ਤਖਤ ਤੇ ਜਿਹੜੀ ਵੀ ਜੋਤ ਜਿਹੜਾ ਵੀ ਸਰੂਪ ਗੁਰੂ ਸਾਹਿਬ ਜੀ ਦਾ ਸੁਭਾਇਮਾਨ ਹੋਇਆ, ਸੋ ਉਹਨਾਂ ਨੇ ਇਕਾਂਤ ਦੇ ਨਿਵਾਸ ਦੇ ਵਿੱਚ ਰਹਿ ਕਰਕੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ। ਇੱਥੇ ਸੰਗਤਾਂ ਦੇ ਹਾਲਾਤ ਨੂੰ ਸਮਝਦਿਆਂ ਹੋਇਆਂ, ਕਿਉਂਕਿ ਸਭ ਦੇ ਸੁਭਾਅ ਇੱਕੋ ਜਿਹੇ ਨਹੀਂ ਹੁੰਦੇ, ਬਹੁਤ ਸਾਰੀਆਂ ਐਸੀਆਂ ਗੱਲਾਂ ਦੁਨਿਆਵੀ ਤੌਰ ਤੇ ਹੋ ਜਾਂਦੀਆਂ ਜਿਨ੍ਹਾਂ ਦੇ ਮਤਲਬ ਦੁਨਿਆਵੀ ਤੌਰ ਤੇ ਦੁਖਦਾਈ ਹੁੰਦੇ ਹੈ। ਹੁਣ ਸਾਰਿਆਂ ਨੂੰ ਅਧਿਆਤਮ ਦੇ ਰਸਤੇ ਦੀ
ਸਾਰਿਆਂ ਨੂੰ ਪਰਖ ਥੋੜੀ ਹੁੰਦੀ ਹੈ, ਸਾਰੇ ਥੋੜੀ ਬਾਬੇ ਫਰੀਦ ਕੋਲੇ ਆਸ਼ੀਰਵਾਦ ਲੈਣ ਆਉਂਦੇ ਸੀ। ਕਈ ਤੇ ਫੱਕਰ ਜਾਣ ਕੇ, ਸਾਧ ਜਾਣ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਹੀ ਆਉਂਦੇ ਸੀ ਵੀ ਉਹਨਾਂ ਨੂੰ ਛੇੜਾਂਗੇ, ਉਹਨਾਂ ਦਾ ਹਾਸਾ ਮਖੌਲ ਉਡਾਵਾਂਗੇ, ਮਜ਼ਾਕ ਤੇ ਰਸ ਲਵਾਂਗੇ। ਬਾਬੇ ਕਬੀਰ ਦੇ ਪਾਸ ਸਾਰੇ ਭਗਤ ਕਬੀਰ ਸਾਹਿਬ ਜੀ ਦੇ ਕੋਲੋਂ ਆਸ਼ੀਰਵਾਦ ਲੈਣ ਥੋੜ੍ਹੀ ਆਉਂਦੇ ਰਹੇ ਹੈ। ਕਿੰਨਾ ਪਰੇਸ਼ਾਨ ਕੀਤਾ ਜਾਂਦਾ ਰਿਹਾ ਸਾਹਿਬ ਕਬੀਰ ਸਾਹਿਬ ਜੀ ਨੂੰ। ਸੋ ਜਿਨ੍ਹਾਂ ਦੀ ਮੱਤ ਦੁਨਿਆਵੀ ਪਦਾਰਥਾਂ ਦੇ ਵਿੱਚ ਖੂਬੀ ਹੁੰਦੀ ਹੈ, ਜਿਨ੍ਹਾਂ ਦੇ ਪੱਲੇ ਹੀ ਸਾਰੀ ਜ਼ਿੰਦਗੀ ਕਲੇਸ਼, ਝਗੜੇ, ਚਲਾਕੀਆਂ, ਚਤਰਾਈਆਂ, ਚੁੰਝਕੜੀਆਂ ਹੁੰਦੀਆਂ, ਉਹਨਾਂ ਦੇ ਪਾਸ ਇਹਦੇ ਤੋਂ ਇਲਾਵਾ ਹੋਰ ਕੁਛ ਉਹਨਾਂ ਨੂੰ ਪ੍ਰਾਪਤ ਵੀ ਨਹੀਂ ਹੁੰਦਾ। ਸਿਆਣੇ ਕਹਿੰਦੇ ਮੂਰਖਾਂ ਦੇ ਪ੍ਰਤੱਖ ਸਿੰਘ ਨਹੀਂ ਹੁੰਦੇ, ਪਰ ਉਹਨਾਂ ਦੇ ਬਚਨਾਂ ਰੂਪੀ ਸਿੰਘ ਹੁੰਦੇ ਆ, ਮਾੜੇ ਬੋਲਾਂ ਰੂਪੀ ਸਿੰਘ ਹੁੰਦੇ ਆ। ਉਹ ਮਾੜੇ ਬੋਲਾਂ ਰੂਪ ਬੋਲ ਬੋਲ ਕੇ ਸਹੀ ਪੁਰਸ਼ਾਂ ਨੂੰ ਆਪਦੇ ਬੋਲਾਂ ਦੇ ਸਿੰਘ ਚੁਭਾਉਂਦੇ ਆ, ਦੁੱਖ ਦਿੰਦੇ ਆ। ਸੋ ਮਾਤਾ ਜੀ ਦਾ ਮਨੋਰਥ ਇਹ ਹੈ ਕਿ ਜਿੰਨੇ ਲੋਕ ਇੱਥੇ ਆਉਣਗੇ ਉਹ ਸਾਰੇ ਗੁਰੂ ਘਰ ਦੀ ਇਸ ਅਜ਼ਮਤ ਨੂੰ, ਗੁਰਮਤ ਦੇ ਇਸ ਗੰਭੀਰ ਵਿਸ਼ੇ ਨੂੰ ਤੇ ਅਦ੍ਰਿਸ਼ਟ ਵਰਤਣ ਵਾਲੀ ਇਸ ਕਲਾ ਨੂੰ, ਇਸ ਕੌਤਕ ਨੂੰ ਨਹੀਂ ਸਮਝ ਸਕਣਗੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ 3 ਸਪੁੱਤਰਾਂ ਨੂੰ ਤਿਆਗ ਕੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਕਿਉਂ ਦਿੱਤੀ ਹੈ। ਖਰੇ ਕੀ ਗੱਲਾਂ ਬਣਾ ਕੇ ਬਾਬਾ ਸੂਰਜਮਲ ਜੀ, ਬਾਬਾ ਆਣੀ ਰਾਏ ਜੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਰਿਵਾਰ ਦੇ ਵਿੱਚ, ਕਿਉਂਕਿ ਹਰ ਇੱਕ ਪ੍ਰਕਾਰ ਦੇ ਲੋਕ ਹੁੰਦੇ ਆ। ਉਸ ਸਮੇਂ ਤੇ ਮਸਾਂਦੀ ਇਹੋ ਜਿਹੇ ਸੀ ਜਿਨ੍ਹਾਂ ਦੀ ਮਨਸ਼ਾ ਹੀ ਕੁਝ ਹੋਰ ਸੀ। ਸੋ ਉਹ ਪੁਆਟਕ ਪਾਉਣ ਦਾ ਕੋਸ਼ਿਸ਼ ਕਰਨ ਜਾਂ ਕੋਈ ਐਸੀ ਘਟਨਾ ਵਾਪਰੇ ਗੁਰਮਤ ਦੇ ਨਜ਼ਰੀਏ ਤੋਂ ਜਿਹੜੀ ਸਹੀ ਨਾ ਹੋਵੇ। ਸੋ ਇਸ ਦੂਰਅੰਦੇਸ਼ੀ ਨੂੰ ਵਿਚਾਰਦਿਆਂ ਸਿਆਣਪ ਦੇ ਨਾਲ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤਿਆਗ ਜਾਣ ਤੋਂ ਸ਼੍ਰੀ ਕੀਰਤਪੁਰ ਸਾਹਿਬ ਅਸਥਾਨ ਗੁਰਤਾ ਗੱਦੀ ਦੀ ਪ੍ਰਾਪਤੀ ਹੋਣ ਕਰਕੇ ਕੇਵਲ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਹੱਕ ਸਮਝਦੇ ਆ ਤਿਆਗ ਕੇ ਜਾਣਾ ਚਾਹੁੰਦੇ ਆ। ਕਿਸੇ ਈਰਖਾ ਵਸ ਨਹੀਂ ਜਾਂ ਕਿਸੇ ਲਗਾਵ ਵਸ ਨਹੀਂ, ਇਸ ਦੁੱਖ ਵਿੱਚ ਨਹੀਂ ਵੀ ਮੇਰੇ ਪੁੱਤਰ ਸੂਰਜਮਲ ਨੂੰ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਈ ਤੇ ਮੈਂ ਇਸ ਨਗਰ ਦੇ ਵਿੱਚ ਨਹੀਂ ਰਹਿਣਾ। ਇਹ ਮਨਸ਼ਾ ਨਹੀਂ ਹੈ ਉਹਨਾਂ ਦੀ। ਉਹਨਾਂ ਦੀ ਮਨਸ਼ਾ ਇਹ ਹੈ ਕਿ ਇਸ ਅਚਰਜ ਕੌਤਕ ਨੂੰ, ਅਦ੍ਰਿਸ਼ਟ ਕੌਤਕ ਨੂੰ ਸਮਝਣ ਵਾਲਾ ਕੋਈ ਆ। ਬਾਕੀ ਜਿਹੜੇ ਦੁਨਿਆਵੀ ਤੌਰ 'ਤੇ ਸਤਿਗੁਰੂ ਦੇ ਪਾਸ ਦਾਤਾਂ ਲੈਣ ਆਉਂਦੇ ਆ, ਪਦਾਰਥਾਂ ਦੇ ਰਸ ਦੇ ਖੂਬੇ ਹੋਏ, ਉਹਨਾਂ ਨੇ ਤੇ ਦੁਨਿਆਵੀ ਮੱਤ ਅਨੁਸਾਰ ਹੀ ਗੱਲਾਂ ਬਣਾ ਕੇ ਦੱਸਣੀਆਂ ਕਰਨੀਆਂ। ਸੋ ਇਉਂ ਕਹਿਣ ਲੱਗੇ, ਇਸ ਕਰਕੇ ਆਪਾਂ ਇਸ ਨਗਰ ਨੂੰ ਛੱਡ ਜਾਣਾ ਹੈ। ਵੱਡੇ ਪੁੱਤਰ ਨੇ ਮੋਰ ਕਰਤਾਰ, ਕਿ ਜਿਹੜੇ ਵੱਡੇ ਸੁਪੁੱਤਰ ਭਾਵ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਜੋ ਕਰਤਾਰਪੁਰ ਨਗਰ ਹੈ, ਛਲ ਕਰ ਲੀਨੋ ਸਰਬ ਸੰਭਾਰ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੱਡੇ ਸੁਪੁੱਤਰ ਧੀਰਮਲ ਨੇ ਛਲ ਕਰਕੇ ਕਪਟ ਦੇ ਨਾਲ ਇਹ ਸਾਰਾ ਨਗਰ ਆਪ ਸੰਭਾਲ ਲਿਆ ਹੈ। ਕਹਾਂ ਗ੍ਰੰਥ ਸਾਹਿਬ ਵੀ ਰਾਖਿਓ, ਔਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕਰਕੇ ਲਿਖਵਾਇਆ ਹੋਇਆ ਸ਼੍ਰੀ ਗ੍ਰੰਥ ਸਾਹਿਬ ਵੀ ਇਸ ਨੇ ਆਪਣੇ ਪਾਸ ਰੱਖ ਲਿਆ ਹੈ। ਨਹੀਂ ਪਤਾ ਮੈਂ ਕੋ ਢਕ ਕੰਕਿਓ, ਉਸ ਨੇ ਨਹੀਂ ਆਪਣੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਰਹਿਣਾ ਚਾਹਿਆ। ਤੁਮ ਨਤ ਨਿਕਟ ਰਹਿ ਗਿਆ ਪਾਇਓ, ਤੁਸੀਂ ਹਰ ਰੋਜ਼ ਸਤਿਗੁਰਾਂ ਦੇ ਪਾਸ ਰਹਿੰਦੇ ਰਹੇ ਹੋ, ਪਰ ਤੁਸੀਂ ਗੁਰਤਾ ਗੱਦੀ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਗਏ। ਜਾਂ ਤੇ ਸ਼ਬਦ ਰਹਿਣ ਨਾ ਪਾਇਓ, ਇਸ ਕਰਕੇ ਹੁਣ ਆਪਾਂ ਇੱਥੇ ਰਹਿਣਾ ਨਹੀਂ, ਆਪਾਂ ਨੂੰ ਭਾਉਂਦਾ ਨਹੀਂ ਹੈ, ਇੱਥੇ ਰਹਿਣਾ ਬਣ ਨਹੀਂ ਆਉਂਦਾ। ਚਲੋ ਜੀਵ ਕਾ ਕੁਛ ਕਰੀਏ, ਤੇ ਫਿਰ ਪੁੱਤਰ ਜੀ ਚੱਲੋ ਹੁਣ ਚੱਲ ਕੇ ਆਪਣੇ ਜੀਵਨ ਦੇ ਰੁਜ਼ਗਾਰ ਦੇ ਲਈ, ਪ੍ਰਵਾਹ ਦੇ ਲਈ ਵੀ ਤੇ ਕੁਝ ਨਾ ਕੁਝ ਹੋਰ ਕਰਨਾ ਬਣਦਾ ਹੈ। ਮਨ ਤੇ ਆਸ ਨਾ ਹੋਰ ਕੁਛ ਧਰੀਏ, ਹੁਣ ਕਿਸੇ ਪ੍ਰਕਾਰ ਦੀ ਕੋਈ ਹੋਰ ਆਸ ਇਸ ਨਗਰ ਦੇ ਵਿੱਚੋਂ ਨਹੀਂ ਰੱਖਣੀ ਚਾਹੀਦੀ ਆਪਾਂ ਨੂੰ। ਇਤਿਆਦਿਕ ਸਤ ਕੋ ਸਮਝਾਇਓ, ਇਤਿਆਦਿਕ ਵਚਨ ਕਹਿ ਕਰਕੇ ਆਪਣੇ ਪੁੱਤਰ ਨੂੰ ਸਮਝ ਦਿੱਤੀ ਹੈ ਜੀ। ਉੱਠ ਚੱਲੋ ਜਤ ਮੈਂ ਤਬ ਭਾਇਓ, ਔਰ ਇਸ ਨਗਰ ਦੇ ਵਿੱਚੋਂ ਜਾਣਾ ਮਾਤਾ ਮਰਵਾਹੀ ਜੀ ਦੇ ਮਨ ਨੂੰ ਉਸ ਸਮੇਂ ਭਾਇਆ ਹੈ, ਚੰਗਾ ਲੱਗਿਆ ਹੈ। ਵਾਸਤ ਸਕਟ ਬਾਰ ਸਫਲ ਦਵਾਈ, ਇੱਕ ਗੱਡੇ ਦੇ ਉੱਪਰ ਮਾਤਾ ਜੀ ਨੇ
ਵਰਤੋਂ ਵਿੱਚ ਆਉਣ ਵਾਲੀਆਂ ਸਾਰੀਆਂ ਵਸਤੂਆਂ ਲਦਵਾ ਲਈਆਂ ਹਮਨੇ ਵਾਸੈ ਸਮਨ ਸਮਾਏ ਔਰ ਸਾਰਿਆਂ ਦੇ ਤਾਈਂ ਬਚਨ ਇਹ ਕੀਤਾ ਕਿ ਅਸੀਂ ਹੁਣ ਇਸ ਨਗਰ ਵਿੱਚ ਰਹਿਣਾ ਨਹੀਂ। ਨਜ ਸੰਤਨ ਜਰਵਾਏ ਮੰਗਾਇਓ ਆਪਣੇ ਰੱਥ ਨੂੰ ਵੀ ਜੜਵਾ ਕਰਕੇ ਮਾਤਾ ਜੀ ਨੇ ਆਪਣੇ ਪਾਸ ਮੰਗਾ ਲਿਆ ਚਪਲ ਤਰੰਗ ਪੁੱਤਰ ਹਿਤ ਆਇਓ ਔਰ ਆਪਣੇ ਪੁੱਤਰ ਦੀ ਸਵਾਰੀ ਦੇ ਵਾਸਤੇ ਵੀ ਸੋਹਣਾ ਸੁੰਦਰ ਚੰਚਲ ਘੋੜਾ ਇੱਕ ਮੰਗਵਾ ਲਿਆ ਹੈ। ਦਾਸੀ ਪਹਿਲ ਮਿਥਿਲ ਚੜਵਾਏ ਔਰ ਜਿਹੜੀਆਂ ਦਾਸੀਆਂ ਸਨ ਉਹਨਾਂ ਨੂੰ ਵੀ ਗੱਡਿਆਂ ਦੇ ਉੱਪਰ ਚੜਾ ਲਿਆ ਗਿਆ ਹੈ ਜੀ। ਸਭ ਸਮਾਜ ਨਿਜ ਸੰਗ ਲਵਾਏ ਔਰ ਆਪਣੀ ਵਰਤੋਂ ਦਾ ਜੋ ਸਾਰਾ ਸਮਾਨ ਸੀ ਵਰਤੋਂ ਦੇ ਵਿੱਚ ਆਉਣ ਵਾਲਾ ਉਹ ਆਪਣੇ ਨਾਲ ਲਿਆ। ਨਕਸੇ ਕੀਰਤ ਪਰ ਪੋਚੋਰਾ ਜਦੋਂ ਇਉਂ ਮਾਤਾ ਜੀ ਇਸ ਕੀਰਤਪੁਰ ਨਗਰੀ ਨੂੰ ਛੱਡ ਕੇ ਚੱਲੇ ਹਨ ਦੌਰੇ ਦਾਸ ਗਏ ਪਰ ਹੋਰ ਸੇਵਕ ਸਨ ਜਿਹੜੇ ਭੱਜ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਪਹੁੰਚੇ। ਨਗਤ ਹੋਏ ਲਰਦਾਸ ਵਿਚਾਰੀ ਸਤਿਗੁਰਾਂ ਦੇ ਪਾਸ ਨੇੜੇ ਹੋ ਕਰਕੇ ਸਤਿਗੁਰਾਂ ਨੂੰ ਅਰਜ਼ ਕੀਤੀ ਹੈ ਸੇਵਕਾਂ ਨੇ ਬਸ ਮਾਤਾ ਸੂਰਜ ਮਨ ਤਿਆਰੀ ਕਿ ਸਤਿਗੁਰੂ ਜੀ ਮਾਤਾ ਜੀ ਅਤੇ ਆਪ ਜੀ ਦੇ ਸੁਪੁੱਤਰ ਬਾਬਾ ਸੂਰਜਮਲ ਜੀ ਨੇ ਤਿਆਰੀ ਕਰ ਲਈ ਹੈ ਸਾਰੀ। ਨਕਸ ਗਏ ਪਰ ਹਰ ਨਹਾਰੇ ਜਾਂਦੇ ਹਨ ਉਹ ਤਿਆਰੀ ਕਰਕੇ ਵੇਖੇ ਹੋਏ ਨਗਰ ਤੋਂ ਬਾਹਰ ਨੂੰ ਤੁਰੇ ਜਾਂਦੇ ਹੋਏ। ਬਹੁ ਜਾਣੇ ਕਸਥਾਨ ਸੰਭਾਰੇ ਹੁਣ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਵੀ ਉਹ ਕਿਹੜੇ ਥਾਂ ਤੇ ਜਾਣਗੇ ਪਹੁੰਚਣਗੇ। ਸੌਣ ਕੋ ਹਰ ਗੋਬਿੰਦ ਤਬ ਕਹਿਓ ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸਤਿਗੁਰਾਂ ਨੇ ਇਹ ਬਚਨ ਸੁਣੇ ਮਾਤਾ ਮਰਵਾਹੀ ਜੀ ਦੇ ਔਰ ਬਾਬਾ ਸੂਰਜਮਲ ਜੀ ਦੇ ਵਿਦਾ ਹੋਣ ਦੇ। ਭਾਨੇ ਸਾਹਿਬ ਕੋ ਢਕ ਲਹਿਓ ਉਸ ਸਮੇਂ ਸਤਿਗੁਰਾਂ ਦੇ ਪਾਸ ਬਾਬਾ ਭਾਨਾ ਸਾਹਿਬ ਜੀ ਬੈਠੇ ਹੋਏ ਸਨ ਉਹਨਾਂ ਨੂੰ ਵੇਖਿਆ ਹੈ। ਗਮਨੋ ਦੂਰਨ ਕਰੋ ਬਹੋਰਨ ਸਤਿਗੁਰਾਂ ਨੇ ਬਾਬਾ ਭਾਨਾ ਸਾਹਿਬ ਜੀ ਨੂੰ ਕਿਹਾ ਤੁਸੀਂ ਜਾਓ ਛੇਤੀ ਦੇ ਨਾਲ ਉਹਨਾਂ ਦਾ ਪਿੱਛਾ ਕਰੋ ਤੇ ਉਹਨਾਂ ਨੂੰ ਵਾਪਸ ਮੋੜ ਕਰਕੇ ਲੈ ਕੇ ਆਵੋ ਸਾਡੇ ਪਾਸ। ਸਮਝਾਓ ਆਨੋ ਕਰਮ ਵਰਨ ਸਮਝਾਓ ਉਹਨਾਂ ਦੇ ਤਾਈਂ ਜਿਸ ਕਿਸ ਤਰੀਕੇ ਦੇ ਨਾਲ ਵੀ ਵਾਪਸ ਪਰਤਦੇ ਐ ਵਾਪਸ ਉਹਨਾਂ ਨੂੰ ਲਿਆਓ ਸਾਡੇ ਪਾਸ। ਸੁਣ ਤ ਗਿਆ ਪਤ ਜਨ ਕਹਾ ਭਾਨਾ ਜਦੋਂ ਬਾਬਾ ਭਾਨਾ ਜੀ ਨੇ ਇਹ ਵਚਨ ਸਤਿਗੁਰਾਂ ਦੇ ਸੁਣੇ ਛੇਤੀ ਦੇ ਨਾਲ ਬਾਬਾ ਜੀ ਉੱਠ ਕੇ ਚੱਲ ਪਏ। ਲੋਕ ਲਗਾਰੀ ਬਾਪ ਬਮਨਾ ਮਾਤਾ ਮਰਵਾਹੀ ਜੀ ਦੇ ਪਾਸ ਪਹੁੰਚ ਕਰਕੇ ਰੁਕਿਆ ਹੈ ਔਰ ਬਾਬਾ ਜੀ ਨੇ ਬਚਨ ਕੀਤੇ ਮਾਤਾ ਜੀ ਦੇ ਤਾਈਂ। ਸੁਣੋ ਮਾਤਾ ਜਬ ਲਗ ਕੋਰ ਤਨ ਹੈ ਬੇਨਤੀ ਕੀਤੀ ਕਿ ਇਹ ਮਾਤਾ ਜੀ ਸਾਡੀ ਬੇਨਤੀ ਸੁਣੋ ਜਿੰਨਾ ਚਿਰ ਤੱਕ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੀਰ ਕਾਇਮ ਹੈ ਇਸ ਸੰਸਾਰ ਵਿੱਚ ਤੁਮਰੋ ਗਮਨ ਕਹੂ ਨਾ ਬਨ ਹੈ ਉਹਨਾਂ ਸਮਾਂ ਤੁਹਾਡਾ ਕਿਤੇ ਵੀ ਜਾਣਾ ਬਣਦਾ ਨਹੀਂ। ਏਕ ਬਾਤ ਤੇ ਸਭ ਕੁਛ ਹੋਏ ਤੁਹਾਡੇ ਇੱਕ ਵਚਨ ਦੇ ਨਾਲ ਸਤਿਗੁਰਾਂ ਦੇ ਇੱਕ ਵਚਨ ਦੇ ਨਾਲ ਹੀ ਸਭ ਕੁਝ ਹੋ ਸਕਦਾ ਇਸ ਸੰਸਾਰ ਦੇ ਵਿੱਚ। ਅਸਪਤ ਕੋ ਸੇਵਨ ਸਭ ਜੋਏ ਐਸੇ ਪਤੀ ਦੀ ਸੇਵਾ ਕਰਨੀ ਸ਼ੁਭ ਚੰਗੀ ਵੇਖੀਦੀ ਹੈ ਪ੍ਰਵਾਨ ਵੇਖੀਦੀ ਹੈ। ਸੂਰਜ ਮਨ ਦੀ ਜਨ ਸਤ ਪਿਆਰੇ ਉਹਨਾਂ ਦੇ ਤਾਈਂ ਤੁਹਾਡੇ ਸੁਪੁੱਤਰ ਬਾਬਾ ਸੂਰਜਮਲ ਜੀ ਵੀ ਬਹੁਤ ਪਿਆਰੇ ਹਨ ਜੀ। ਸਭ ਕਛ ਦੇ ਹੈ ਰੱਖੇ ਸਤਾਰੇ ਸਭ ਕੁਝ ਉਹਨਾਂ ਨੂੰ ਬਖਸ਼ਿਸ਼ ਕਰਨਗੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਤਰੀਕਿਆਂ ਦੇ ਨਾਲ ਸੁਖਾਲੇ ਰੱਖਣਗੇ ਰਹਿ ਮਾਕਣ ਕੋ ਕਹਿਤ ਹਮੇਸ਼ਾ ਔਰ ਹਮੇਸ਼ਾ ਇਹਨਾਂ ਦੇ ਤਾਈਂ ਪਿਆਰੇ ਬਚਨ ਹੀ ਕਰਨਗੇ ਸਤਿਗੁਰੂ ਜੀ। ਸਤਿਗੁਰ ਕਰਨਾ ਕਰਤ ਵਿਸ਼ੇਸ਼ ਹਮੇਸ਼ਾ ਇਹਨਾਂ ਦੇ ਨਾਲ ਮਿੱਠੇ ਬੋਲ ਬੋਲ ਕਰਕੇ ਇਹਨਾਂ ਦੇ ਉੱਪਰ ਕਿਰਪਾ ਹੀ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਜਨ ਸੋ ਰੁਠਣ ਨਾ ਬਣ ਆਵੇ ਇਸ ਕਰਕੇ ਉਹਨਾਂ ਦੇ ਨਾਲ ਰੁਸਣਾ ਉਹਨਾਂ ਦੇ ਪਾਸੋਂ ਇਸ ਤਰੀਕੇ ਦੇ ਨਾਲ ਵਿਦਾ ਹੋਣਾ ਨਹੀਂ ਬਣ ਆਉਂਦਾ। ਭੂਤ ਭਵਿਖ ਜੋ ਸਭ ਲੋਕ ਪਾਵੈ ਉਹ ਭੂਤ ਭਵਿੱਖ ਬੀਤ ਚੁੱਕੇ ਸਮੇਂ ਨੂੰ ਆਉਣ ਵਾਲੇ ਸਮੇਂ ਨੂੰ ਜਾਣ ਲੈਂਦੇ ਆ ਜਾਣੀ ਜਾਣ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਅਭੈ ਵਸੋ ਪਰਮਾਨ ਵਿੱਚ ਇਸ ਕਰਕੇ ਹੁਣ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਵਸੋਂ ਧਾਰੋ ਜੀ। ਜੋ ਮਾਨਤ ਹੋ ਰਸ ਮਨ ਵਿੱਚ ਇਸ ਕਰਕੇ ਕਿਉਂ ਤੁਸੀਂ ਆਪਣੇ ਮਨ ਦੇ ਵਿੱਚ ਰਿਸ ਭਾਵ ਵਿਪਰੀਤ ਸੁਭਾਵ ਧਾਰਦੇ ਹੋ ਸਤਿਗੁਰਾਂ ਤੋਂ। ਮੈਂ ਫਿਰ ਬੇਨਤੀ ਕਰਾਂ ਸਾਧ ਸੰਗਤ ਜੀ ਇਹ ਕੌਤਕ ਹੈ ਇਹ ਸਾਡੇ ਦੁਨਿਆਵੀ ਕਰਮ ਨਹੀਂ ਹੈ। ਜਿਵੇਂ ਅਸੀਂ ਰੁੱਸਦੇ ਹਾਂ ਇਹ ਉਹ ਰੁੱਸਣਾ ਨਹੀਂ ਹੈ
ਕਿਤੇ ਭੁਲੇਖੇ ਨਾਲ ਵੀ ਮਾਤਾ ਮਰਵਾਹੀ ਜੀ ਨੂੰ ਊਣੇ ਨਾ ਸਮਝਣਾ ਜਾਂ ਬਾਬਾ ਸੂਰਜਮਲ ਜੀ ਨੂੰ ਊਣੇ ਨਾ ਸਮਝਣਾ। ਕੌਤਕ ਹਮੇਸ਼ਾ ਕਿਰਤਮ ਦਾ, ਪਿਆਰੇ ਦਾ, ਸਮਰੱਥ ਦਾ, ਉਹ ਲੀਲਾ ਸਮੇਤ ਹੁੰਦਾ, ਰਸ ਸਮੇਤ ਹੁੰਦਾ। ਜਿਹੜਾ ਕੌਤਕ ਦੁਨਿਆਵੀਆਂ ਨੂੰ ਦੁਨਿਆਵੀਆਂ ਦੀ ਤੁੱਛ ਬੁੱਧੀ ਅਨੁਸਾਰ ਸਿੱਖਿਆ ਦੇ ਜਾਵੇ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਸੀ, ਚਮਕੌਰ ਦੀ ਗੜੀ ਵਿੱਚ ਇੱਕ ਤੀਰ ਨਾਲ ਜੰਗ ਫਤਿਹ ਕਰ ਲੈਂਦੇ। ਨੇਤਰਾਂ ਦੇ ਸਾਹਮਣੇ ਆਪਣੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਕਿਉਂ ਵੇਖੀਆਂ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹੀ ਨੰਦੇੜ ਤੋਂ ਕਿਉਂ ਸਾਜ ਕੇ ਭੇਜਿਆ ਛੋਟਿਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਦਲੇ ਦੇ ਲਈ। ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਬਦਲਾ ਲੈ ਸਕਦੇ ਸੀ। ਕੋਈ ਲੋੜ ਨਹੀਂ ਸੀ ਉਹਨਾਂ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਤਿਆਗਣ ਦੀ। ਜੇ ਗਰੀਬ ਨਵਾਜ ਸੱਚੇ ਪਾਤਸ਼ਾਹ ਦਮਾਲਗੜ੍ਹ ਵਾਲੇ ਸਥਾਨ ਤੋਂ ਤੀਰ ਮਾਰ ਕੇ ਤਕਰੀਬਨ 2 ਕਿਲੋਮੀਟਰ ਤੱਕ 3 ਚਿੱਠੀਆਂ 3 ਤੀਰਾਂ ਨਾਲ ਭੇਜ ਸਕਦੇ ਆ, ਤੇ ਉਹਨਾਂ ਦੇ ਵੱਡੇ ਵੱਡੇ ਜਰਨੈਲ ਜਿਹੜੇ ਘੇਰਾ ਪਾਈ ਬੈਠੇ ਸੀ, ਉਹ ਕਿਹੜਾ ਮਹਾਰਾਜ ਸਾਹਿਬ ਦੀਆਂ ਤੀਰਾਂ ਦੀ ਮਾਰ ਹੇਠ ਨਹੀਂ ਸੀ ਆਉਂਦੇ। ਜੇ ਤੋਪਚੀ ਨੂੰ ਮਾਰ ਸਕਦੇ ਆ 1.5 ਕਿਲੋਮੀਟਰ ਦੂਰ ਤੀਰ ਮਾਰ ਕੇ, ਤੇ ਜਰਨੈਲਾਂ ਨੂੰ ਕਿਉਂ ਨਹੀਂ ਸੀ ਮਾਰ ਸਕਦੇ। ਪਰ ਇਹ ਕੌਤਕ ਸੀ ਉਹਨਾਂ ਦੇ, ਜਿਹੜੇ ਕੌਤਕ ਅਮਰ ਹੋਣੇ ਸੀ, ਜਿਨ੍ਹਾਂ ਨੇ ਸਦਾ ਸਦਾ ਅੱਜ 400 ਸਾਲ ਬਾਅਦ ਵੀ ਸਾਡੀ ਅਗਵਾਈ ਕਰਨੀ ਸੀ, ਸਾਨੂੰ ਸ਼ੁਭ ਸਿੱਖਿਆ ਦੇਣੀ ਸੀ, ਸਾਨੂੰ ਚੰਗੀ ਸਿੱਖਿਆ ਬਖਸ਼ਿਸ਼ ਕਰਨੀ ਸੀ। ਇਹ ਕੌਤਕਾਂ ਦਾ ਹਿੱਸਾ ਹੈ ਸਭ। ਇਹਨਾਂ ਗੱਲਾਂ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਵਰਤਾਏ ਕੌਤਕਾਂ ਦੇ ਜ਼ਰੀਏ ਸਾਨੂੰ ਸਿੱਖਿਆ ਦੇਣ ਦੇ ਸਾਧਨ ਸਮਝਣਾ। ਇਹ ਨਾ ਸਮਝਣਾ ਵੀ ਮਾਤਾ ਜੀ ਦੁਨਿਆਵੀ ਮਤ ਧਾਰ ਕੇ ਸਤਿਗੁਰਾਂ ਦੇ ਨਾਲ ਰੁੱਸ ਗਏ ਆ। ਉੱਥੋਂ ਕਰਤਾਰ ਕੀਰਤਪੁਰ ਸਾਹਿਬ ਨਗਰ ਦੇ ਵਿੱਚੋਂ ਬਾਬਾ ਸੂਰਜਮਲ ਜੀ ਨੂੰ ਲੈ ਕਰਕੇ ਸਮਾਨ ਸਮੇਤ ਵਿਦਿਆ ਹੋਣਾ, ਪਿੱਛੇ ਬਾਬਾ ਭਾਨਾ ਜੀ ਨੂੰ ਭੇਜਣਾ, ਮਾਤਾ ਮਰਵਾਹੀ ਜੀ ਨੂੰ ਚੇਤੇ ਕਰਵਾਉਣ ਦੀ ਕੋਸ਼ਿਸ਼ ਕਰਨੀ ਕਿ ਸਤਿਗੁਰੂ ਸਰਬ ਕਲਾ ਸਮਰੱਥ ਹੈ, ਉਹਨਾਂ ਦੇ ਬਚਨ ਦੇ ਨਾਲ ਸਭ ਕੁਝ ਹੋ ਜਾਂਦਾ ਹੈ। ਉਹ ਕਰ ਦਿੰਦੇ ਹੈ। ਉਹਨਾਂ ਨੇ ਅੱਜ ਤੱਕ ਬਾਬਾ ਸੂਰਜਮਲ ਜੀ ਨੂੰ ਮਿੱਠੇ ਬਚਨ ਬੋਲ ਕੇ ਸੁਖੀ ਰੱਖਿਆ। ਉਹ ਅੱਗੇ ਨੂੰ ਵੀ ਮਿੱਠੇ ਬਚਨ ਬੋਲ ਕੇ ਸਤਿਗੁਰੂ ਬਾਬਾ ਸੂਰਜਮਲ ਜੀ ਨੂੰ ਸੁਖੀ ਰੱਖਣਗੇ। ਤੁਹਾਨੂੰ ਉਹਨਾਂ ਦੀ ਸੇਵਾ ਬਣ ਆਉਂਦੀ ਹੈ, ਤਰਲੋਕੀ ਦੇ ਪਤੀ ਹੈ। ਬਾਬਾ ਭਾਨਾ ਜੀ ਦੀ ਮਾਤਾ ਜੀ ਨੂੰ ਇਹ ਸ਼ੁਭ ਸਿੱਖਿਆ ਦੇਣ ਦੀ ਕੋਸ਼ਿਸ਼ ਕਰਨੀ, ਇਹ ਕੌਤਕ ਦਾ ਹਿੱਸਾ ਹੈ। ਜੇ ਇਹ ਕੌਤਕ ਸਾਡੀ ਦੁਨਿਆਵੀ ਮਰਿਆਦਾ ਅਨੁਸਾਰ ਨਾ ਵਰਤਦਾ, ਜੇ ਇਹ ਕੌਤਕ ਸਾਡੀ ਦੁਨਿਆਵੀ ਸਮਝ ਅਨੁਸਾਰ ਨਾ ਵਰਤਦਾ, ਤਾਂ ਫਿਰ ਸਾਧ ਸੰਗਤ ਜੀ ਐਡੇ ਐਡੇ ਜੋਰਾਵਰ ਤੇ ਸੰਪੂਰਨ ਸਿੱਖ ਪੈਦਾ ਨਹੀਂ ਸੀ ਹੋ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਕੌਤਕਾਂ ਦੇ ਰਾਹੀਂ ਇੱਕ ਸੱਚੇ ਸੁੱਚੇ ਉੱਚੇ ਸਿੱਖ ਸਮਾਜ ਦੀ ਰਚਨਾ ਕਰਨੀ ਚਾਹੁੰਦੇ ਆ। ਇਸ ਕਰਕੇ ਖੇਡਾਂ ਵਰਤਾ ਰਹੇ ਹਨ। ਨਾ ਮਾਤਾ ਮਰਵਾਹੀ ਜੀ ਨੂੰ ਕੋਈ ਕਮੀ ਹੈ ਕਿਸੇ ਪ੍ਰਕਾਰ ਦੀ, ਤੇ ਨਾ ਬਾਬਾ ਸੂਰਜਮਲ ਜੀ ਨੂੰ ਕੋਈ ਕਮੀ ਹੈ ਕਿਸੇ ਪ੍ਰਕਾਰ ਦੀ। ਇਹ ਬਿਸਮੇ ਰਸ ਵਾਲੇ ਕੌਤਕ ਹੈ। ਇਸ ਗੱਲ ਨੂੰ ਸਮਝ ਕੇ ਚੱਲਣਾ ਹੈ ਬਸ। ਇਹ ਗੁਰੂ ਘਰ ਦੇ ਇਹਨਾਂ ਕੌਤਕਾਂ ਨੂੰ ਦੁਨਿਆਵੀ ਝਗੜਿਆਂ ਕਲੇਸ਼ਾਂ ਦਾ ਹਿੱਸਾ ਨਹੀਂ ਸਮਝਣਾ ਆਪਾਂ। ਸੋ ਮਾਤਾ ਮਰਵਾਹੀ ਜੀ ਨੂੰ ਬਾਬਾ ਭਾਨਾ ਜੀ ਨੇ ਇਉਂ ਬੇਨਤੀ ਕੀਤੀ ਹੈ ਉਸ ਸਮੇਂ ਕਿ ਤੁਸੀਂ ਵਾਪਸ ਚੱਲੋ ਜੀ, ਸਤਿ ਕੁਸ਼ਲ ਵੰਸ ਕਰਵਾਵਣਾ, ਔਰ ਆਪਣੇ ਸੁਪੁੱਤਰ ਦੀ ਕੁਸ਼ਲ ਸੁਖੀ ਵੰਸ਼ ਨੂੰ ਵੱਧਦੇ ਹੋਏ ਨੂੰ ਇਹ ਜੱਟ ਜਾਉ ਪਤ ਕੇ ਘਰ ਪਾਵਨਾ। ਇਸ ਤਰੀਕੇ ਦੇ ਨਾਲ ਪਤੀ ਦੇ ਪਾਸੋਂ ਆਪਣੇ ਪੁੱਤਰ ਦੇ ਕੁਸ਼ਲ ਦੇ ਨਾਲ ਵੰਸ਼ ਵਧਣ ਦਾ ਜੋ ਵਰ ਹੈ, ਜੋ ਸ਼ੁਭ ਬਚਨ ਹੈ,
ਉਹ ਤੁਸੀਂ ਪ੍ਰਾਪਤ ਕਰੋ ਸਤਿਗੁਰਾਂ ਦੀ ਸੇਵਾ ਕਰਕੇ। ਸਭ ਕੇ ਮਨ ਕੀ ਜਾਣੈ ਸੁਆਮੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਮਨ ਦੇ ਜਾਣਦੇ ਹਨ। ਸਭ ਹੈ ਨਹੀਂ ਕੁਛ ਅੰਤਰ ਜਾਮੀ। ਅੰਤਰਜਾਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਕੁਛ ਵੀ ਛੁਪਿਆ ਹੋਇਆ ਨਹੀਂ ਹੈ। ਸੁਣ ਮਰਵਾਹੀ ਪਾਪ ਬਖਾਨਾ। ਸੁਣ ਕਰਕੇ ਮਾਤਾ ਮਰਵਾਹੀ ਜੀ ਨੇ ਫਿਰ ਬਚਨ ਕੀਤੇ ਹਨ ਜੀ। ਅਬ ਸੂਰਜ ਮਲ ਪੈ ਸੁਹਾਨਾ। ਕਹਿਣ ਲੱਗੇ ਹੁਣ ਬਾਬਾ ਸੂਰਜਮਲ ਜੀ ਦੀ ਉਮਰ ਵੱਡੀ ਹੈ, ਚਾਹੀਦਾ ਵਰਤਾ ਇਸ ਕੋ ਲਈ। ਇਸ ਕਰਕੇ ਚਾਹੀਦਾ ਸੀ ਗੁਰਤਾ ਗੱਦੀ ਇਹਨਾਂ ਨੂੰ ਪ੍ਰਾਪਤ ਹੁੰਦੀ। ਹੋ ਆਵਣ ਬਖਨਾ ਹਣ ਲਈ। ਇਹਨਾਂ ਦੇ ਵਿੱਚ ਕਿਹੜਾ ਦੋਸ਼ ਹੈ ਜਿਹੜਾ ਵੇਖ ਕਰਕੇ ਇਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਨਹੀਂ ਹੋਈ ਹੈ। ਲੇ ਭਰਾਤ ਵੱਢ ਕੇ ਸਤ ਟੀਕਾ। ਇਹਨਾਂ ਦੇ ਵੱਡੇ ਭਰਾਤਾ ਦੇ ਪੁੱਤਰ ਭਾਵ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਟਿੱਕਾ ਪ੍ਰਾਪਤ ਕਰ ਲਿਆ। ਉਹਨਾਂ ਨੇ ਗੁਰਤਾ ਗੱਦੀ ਦਾ ਸਿੰਘਾਸਨ ਪ੍ਰਾਪਤ ਕਰ ਲਿਆ ਹੈ। ਵੱਧ ਪਿੱਛੇ ਵੱਧ ਜਾਏ ਸ਼ਰੀਕਾ। ਸਾਡੇ ਪਤੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਿੱਛੋਂ ਇਹ ਸ਼ਰੀਕਾ ਵੱਧ ਜਾਏਗਾ। ਕਮਲੇ ਬਸਨ ਦੇਹ ਨਜਨੇ ਤੇ। ਕਿਸ ਤਰੀਕੇ ਦੇ ਨਾਲ ਸਾਨੂੰ ਆਪਣੇ ਪਾਸ ਇਹ ਇੱਥੇ ਰਹਿਣ ਦੇਣਗੇ। ਅਬੇ ਨ ਪ੍ਰਾਪਤ ਜੇ ਸੁਤ ਮੇਰੇ। ਜੇ ਮੇਰੇ ਸੁਪੁੱਤਰ ਨੂੰ ਹੁਣ ਗੁਰਤਾ ਗੱਦੀ ਦੀ ਪ੍ਰਾਪਤੀ ਨਹੀਂ ਹੋ ਸਕੀ ਹੈ। ਸੁਣ ਭਾਨੇ ਸਭ ਬੈਨ ਬਖਾਨੇ। ਸੁਣ ਕਰਕੇ ਬਾਬਾ ਭਾਨਾ ਜੀ ਨੇ ਸ਼ੁਭ ਬਚਨ ਕਹੇ ਹਨ ਅੱਗੋਂ ਸਮਝਾਉਣ ਦੇ ਲਈ। ਬਾਹੂ ਨਿਕਟ ਕੇ ਦੂਰ ਪਿਆਨੇ। ਕਹਿਣ ਲੱਗੇ ਮਾਤਾ ਜੀ ਚਾਹੇ ਨੇੜੇ ਰਹਿ ਕੇ ਕੁਝ ਪ੍ਰਾਪਤ ਕਰ ਲਵੋ ਤੇ ਚਾਹੇ ਦੂਰ ਚਲੇ ਜਾਵੋ ਸਤਿਗੁਰਾਂ ਦੇ ਪਾਸੋਂ, ਰਹੋ ਸਮੀਪ ਕਰੋ ਨਿਜ ਬਿਨੈ। ਪਰ ਮੈਂ ਤਾਂ ਇਹ ਪਾਵੋ ਨਿਕਟ ਕੇ ਦੂਰ ਪਿਆਨੇ। ਕੁਝ ਸਤਿਗੁਰਾਂ ਦੇ ਪਾਸ ਰਹਿ ਕਰਕੇ ਪ੍ਰਾਪਤੀ ਕਰਕੇ ਬੇਸ਼ੱਕ ਤੁਸੀਂ ਦੂਰ ਪਿਆਨਾ ਕਰ ਜਿਓ। ਮੇਰੇ ਵੱਲੋਂ ਤਾਂ ਇਹ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਜਿੰਨਾ ਚਿਰ ਸਤਿਗੁਰਾਂ ਦਾ ਸਰੀਰ ਸ਼ਾਂਤ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਉਹਨਾਂ ਦੇ ਪਾਸ ਹੀ ਰਹੋ। ਜਦ ਬਾਚਨ ਸਭ ਹੀ ਤਬ ਬਨੈ। ਹੁਣ ਤੁਹਾਡੇ ਇੱਛਾ ਦੇ ਮੁਤਾਬਕ ਜੋ ਤੁਹਾਡੇ ਮਨ ਦੀ ਪ੍ਰਾਪਤੀ ਦੀ ਇੱਛਾ ਹੋਏਗੀ ਉਹ ਤੁਹਾਨੂੰ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੋ ਜਾਏਗਾ। ਇਤਿਆਦਿਕ ਕਹਿ ਬਹੁਤ ਸਮਝਾਈ। ਇਤਿਆਦਿਕ ਬਹੁਤ ਸਾਰੇ ਬਚਨ ਕਹਿ ਕਰਕੇ ਮਾਤਾ ਮਰਵਾਹੀ ਜੀ ਦੇ ਤਾਈਂ ਸਮਝਾਇਆ ਹੈ। ਨਿਆਏ ਬਹੋਰ ਬਿਨੇ ਬਹੁ ਗਾਈ। ਫਿਰ ਵਾਰ-ਵਾਰ ਮਾਤਾ ਜੀ ਨੂੰ ਬੇਨਤੀਆਂ ਕਰਕੇ ਬਾਬਾ ਭਾਨਾ ਜੀ ਨੇ ਵਾਪਸ ਮੋੜ ਲਿਆ। ਮਰਵਾਹੀ ਨੈ ਸਤਨ ਸਦਾਈ। ਇਸ ਤਰੀਕੇ ਦੇ ਨਾਲ ਮਾਤਾ ਮਰਵਾਹੀ ਜੀ ਆਪਣੇ ਵਾਪਸ ਘਰ ਦੇ ਵਿੱਚ ਪਰਤ ਆਏ। ਧਰੀ ਵਾਤ ਦੇ ਦੇ ਗੁਣ ਸਾਰੇ। ਉਹ ਸਾਰੀਆਂ ਵਸਤੂਆਂ ਜਿਹੜੀਆਂ ਮਾਤਾ ਜੀ ਨੇ ਲੱਦੀਆਂ ਸੀ ਗੱਡਿਆਂ ਦੇ ਉੱਪਰ ਨਾਲ ਲਿਜਾਣ ਲਈ ਲਾਹ ਕਰਕੇ ਫਿਰ ਘਰ ਵਿੱਚ ਟਿਕਾ ਲਈਆਂ ਜੀ। ਸੂਰਜ ਮਲ ਕੋ ਲੈ ਸਭ ਭਾਨਾ। ਔਰ ਉਸ ਸਮੇਂ ਬਾਬਾ ਸੂਰਜਮਲ ਜੀ ਨੂੰ ਨਾਲ ਲੈ ਕਰਕੇ ਬਾਬਾ ਭਾਨਾ ਜੀ ਸ੍ਰੀ ਹਰਿ ਗੋਬਿੰਦ ਨਿਕਟ ਪਿਆਨਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਪੁੱਜੇ ਹਨ। ਪਹੁੰਚ ਬੰਦਨਾ ਕੀ ਨ ਅਗਾਰੀ। ਸਤਿਗੁਰਾਂ ਦੇ ਸਨਮੁਖ ਪਹੁੰਚ ਕਰਕੇ ਹੱਥ ਜੋੜੇ ਤੇ ਨਮਸਕਾਰ ਕੀਤੀ ਹੈ। ਭਾਨੇ ਸਗਦੀ ਬਾਤ ਵਿਚਾਰੀ। ਬਾਬਾ ਭਾਨਾ ਜੀ ਨੇ ਸਾਰੀ ਗੱਲ ਦੱਸ ਦਿੱਤੀ ਜੋ ਵਾਰਤਾਲਾਪ ਮਾਤਾ ਮਰਵਾਹੀ ਜੀ ਦੇ ਵਿੱਚ ਔਰ ਬਾਬਾ ਭਾਨਾ ਜੀ ਦੇ ਵਿੱਚ ਹੋਇਆ ਹੈ। ਮਹਾਰਾਜ ਰਾਵਰ ਕੇ ਬਾਚੈ। ਕਿ ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਡੇ ਪਿੱਛੋਂ ਤੁਹਾਡੇ ਬਾਧਾਂ ਸਰੀਰ ਤਿਆਗਣ ਤੋਂ ਪ੍ਰਤਕ ਜੀਵ ਕਾਰੇ ਸਭ ਬਾਚੈ। ਇਹ ਤੁਹਾਡੀ ਸੰਤਾਨ ਸਾਰੇ ਪ੍ਰਿਥਕ ਵੱਖਰੀ ਜੀਵਕਾ ਚਾਹੁੰਦੀ ਹੈ ਸੱਚੇ ਪਾਤਸ਼ਾਹ ਜੀ। ਨਿਕਟ ਕਰੇ ਸਤ ਹੋਰ ਨਿਹਾਰਾ। ਆਪਣੇ ਪਾਸ ਖਲੋਤੇ ਹੋਏ ਆਪਣੇ ਸੁਪੁੱਤਰ ਬਾਬਾ ਸੂਰਜਮਲ ਜੀ ਦੇ ਵੱਲ ਵੇਖਿਆ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ। ਸ੍ਰੀ ਹਰਿ ਗੋਬਿੰਦ ਔਰ ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਚਨ ਕੀਤੇ ਜੀ। ਬਹੁਤ ਸੂਰਜਮਲ ਕਿਆ ਚਿਤ ਹੈ। ਕਹਿਣ ਲੱਗੇ ਇਹ ਪੁੱਤਰ ਸੂਰਜਮਲ ਦੱਸ ਤੇਰੇ ਹਿਰਦੇ ਦੇ ਵਿੱਚ ਕੀ ਖਿਆਲ ਹੈ, ਕੀ ਇੱਛਾ ਹੈ ਤੇਰੇ ਮਨ ਦੀ। ਗੁਰੂ ਬਣਨ ਕੋ ਗੁਣ ਮੰਨ ਹੈ। ਕੀ ਤੂੰ ਆਪਣੇ ਮਨ ਦੇ ਵਿੱਚ ਗੁਰੂ ਬਣਨਾ ਚਾਹੁੰਦਾ ਹੈ, ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਹੋਣਾ ਚਾਹੁੰਦਾ ਹੈ। ਹੱਥ ਜੋੜ ਦਰ ਸਤਿ ਬਖਾਨਾ। ਦੋਵੇਂ ਹੱਥ ਜੋੜੇ ਬਾਬਾ ਸੂਰਜਮਲ ਜੀ ਨੇ ਔਰ ਸਤਿਗੁਰਾਂ ਦੇ ਸਨਮੁਖ ਅਰਜ਼ ਕੀਤੀ, ਬੇਨਤੀ ਕੀਤੀ। ਮੈਂ ਨਾ ਮਨੋਰਥ ਮਨ ਐਮਠਾਨਾ। ਹੁਣ ਵੇਖੋ ਇਸ ਇਤਿਹਾਸ ਦੀ ਮੈਂ ਕੱਲ ਵੀ ਇਹ ਬੇਨਤੀ ਕਰ ਰਿਹਾ ਸੀ ਵੀ ਇਹ ਬਾਕਮਾਲ ਖਾਸੀਅਤ ਹੈ ਇਸ ਇਤਿਹਾਸ ਦੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਦੀ ਕਲਮ ਦੀ ਕਿ ਉਹ ਸਤਿਗੁਰਾਂ ਦੇ ਘਰ ਦੇ ਵਿੱਚ ਜਨਮੇ ਹੋਏ ਸੁਪੁੱਤਰਾਂ ਦੇ ਜੀਵਨ ਨੂੰ ਵੀ ਕਿੱਡੇ ਚਤੁਰਾਈ ਦੇ ਨਾਲ ਤੇ ਕਿੱਡੇ ਸਲੀਕੇ ਦੇ ਨਾਲ ਜਿਉਂਦਾ ਤਿਉਂ ਸਾਬਤ ਕਰ ਜਾਂਦੇ। ਜਿਵੇਂ ਪ੍ਰਿਥੀ ਚੰਦ ਦਾ ਸੀ ਉਵੇਂ ਦਾ ਪ੍ਰਿਥੀ ਚੰਦ ਦਾ ਉਹਨਾਂ ਨੇ ਸਾਬਤ ਕੀਤਾ।
ਜਿਵੇਂ ਦਾ ਬਾਬਾ ਸ਼੍ਰੀ ਚੰਦ ਸਾਹਿਬ ਦਾ ਸੀ, ਉਹਨਾਂ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਉਹੋ ਜਿਹਾ ਜੀਵਨ ਸਾਬਤ ਕੀਤਾ ਹੈ। ਜਿਵੇਂ ਧੀਰਮਲ ਦੇ ਮਨ ਵਿੱਚ ਖੋਟ ਸੀ, ਖਟਿਆਈ ਸੀ, ਉਵੇਂ ਹੀ ਦੱਸਿਆ। ਹੁਣ ਇੱਥੇ ਸਿੱਧਾ ਇਹ ਇਤਿਹਾਸ ਇੱਥੇ ਹੀ ਸਮਾਪਤ ਕਰ ਦਿੰਦੇ ਵੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ। ਬਾਬਾ ਸੂਰਜਮਲ ਜੀ ਨੂੰ, ਬਾਬਾ ਅਣੀ ਰਾਏ ਜੀ ਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਹੀਂ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ। ਹੁਣ ਗੱਲ ਇਹ ਆ ਵੀ ਸਾਡੇ ਵਰਗਿਆਂ ਦੇ ਮਨ ਵਿੱਚ ਤੇ ਫਿਰ ਇਹੀ ਖਿਆਲ ਆਉਣੇ ਸੀ ਨਾ ਵੀ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਦੋਂ ਯੋਗ ਨਹੀਂ ਸੀ। ਕੀ ਇਹ ਅਯੋਗਤਾ ਦਾ ਟੈਗ, ਇਹ ਧੱਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਲਾ ਸਕਦੇ ਹਾਂ ਆਪਾਂ? ਕਹਿ ਸਕਦੇ ਵੀ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਲਾਇਕ ਨਹੀਂ ਸੀ। ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਜਨਮ ਲੈਂਦਿਆਂ ਸਾਰ ਹੀ ਯੋਗ ਸਨ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਪਰ ਇਹ ਸਤਿਗੁਰਾਂ ਦੇ ਅਦ੍ਰਿਸ਼ ਕੌਤਕ ਹੈ। ਬਾਬਾ ਸੂਰਜਮਲ ਜੀ ਦੀ ਇਸ ਹਸਤੀ ਤੇ ਪਰਦਾ ਹੀ ਪੈ ਜਾਣਾ ਸੀ ਕਿ ਉਹਨਾਂ ਦੇ ਮਨ ਦੀ ਵਿਸ਼ਾਲਤਾ ਕਿੱਡੀ ਵੱਡੀ ਹੈ। ਸਤਿਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਜੀ ਨੂੰ ਪੁੱਛਿਆ, ਬਾਬਾ ਸੂਰਜਮਲ ਜੀ ਨੂੰ, ਕਿ ਕੀ ਤੁਹਾਡੀ ਮਨਸ਼ਾ ਹੈ ਗੁਰਤਾ ਗੱਦੀ ਦੇ ਸਿੰਘਾਸਨ ਦੇ ਉੱਪਰ ਬੈਠਣ ਦੀ? ਪਰ ਕਹਿੰਦੇ ਮੈਂ ਨਾ ਮਨੋਰਥ ਮਨ ਇਮਠਾਨਾ। ਇਹ ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਕਦੇ ਇਹੋ ਜਿਹਾ ਮਨੋਰਥ ਮਨ ਵਿੱਚ ਲਿਆਂਦਾ ਹੀ ਨਹੀਂ ਕਿ ਮੈਂ ਤੁਹਾਡੇ ਬਾਝਾਂ ਗੁਰੂ ਹੋਵਾਂ। ਜੇ ਗੁਰੂ ਹਰਿਰਾਏ ਸਾਹਿਬ ਦੇ ਨਾਲ ਬਾਬਾ ਸੂਰਜਮਲ ਜੀ ਦੀ ਈਰਖਾ ਹੁੰਦੀ ਤੇ ਇੱਥੇ ਜ਼ਰੂਰ ਕਹਿੰਦੇ ਵੀ ਮਹਾਰਾਜ ਮੈਂ ਬਣਨਾ ਚਾਹੁੰਦਾ ਸੀ, ਤੁਸੀਂ ਕਿਉਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਹਰਿਰਾਏ ਸਾਹਿਬ ਜੀ ਨੂੰ? ਪਰ ਬਾਬਾ ਸੂਰਜਮਲ ਜੀ ਕਹਿ ਰਹੇ ਮੈਂ ਕਦੇ ਮਨ ਦੇ ਵਿੱਚ ਇਹੋ ਜਿਹਾ ਸੰਕਲਪ ਲਿਆਂਦਾ ਹੀ ਨਹੀਂ, ਇਹੋ ਜਿਹਾ ਮਨੋਰਥ ਮੈਂ ਕਦੇ ਮਨ ਦੇ ਵਿੱਚ ਧਾਰਿਆ ਹੀ ਨਹੀਂ। ਇਹ ਬਾਬਾ ਸੂਰਜਮਲ ਜੀ ਦੇ ਹਿਰਦੇ ਦੀ ਵਿਸ਼ਾਲਤਾ ਹੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਤੀ ਸਮਰਪਿਤ ਭਾਵਨਾ ਹੈ ਕਿ ਜੋ ਤੁਸੀਂ ਕੀਤਾ ਹੈ ਉਹ ਬਿਲਕੁਲ ਯੋਗ ਕੀਤਾ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੋ ਇਹ ਸਾਰਾ ਵਾਰਤਾਲਾਪ ਮਾਤਾ ਜੀ ਦਾ ਜਾਣ ਦੀ ਤਿਆਰੀ ਕਰਨੀ, ਫਿਰ ਰਸਤੇ ਵਿੱਚੋਂ ਵਾਪਸ ਮੁੜਨਾ, ਗੁਰੂ ਸਾਹਿਬ ਜੀ ਦਾ ਬਾਬਾ ਸੂਰਜਮਲ ਜੀ ਨੂੰ ਪੁੱਛਣਾ, ਇਹ ਉਹਨਾਂ ਦੇ ਐਡੇ ਵੱਡੇ ਵਿਸ਼ਾਲ ਉੱਚੇ ਸੁੱਚੇ ਤੇ ਵੈਰਾਗਮਈ ਜੀਵਨ ਨੂੰ ਸਾਬਤ ਕਰਨ ਵਾਸਤੇ ਲਿਖਿਆ ਗਿਆ, ਨਾ ਕਿ ਇਹ ਗੁਰੂ ਕਿਆਂ ਦੇ ਵਿੱਚ ਝਗੜੇ ਕਲੇਸ਼ ਦਾ ਪ੍ਰਸੰਗ ਸਾਬਤ ਕਰਦਾ ਹੈ। ਸੋ ਇੱਥੋਂ ਤੱਕ ਪਾਵਨ ਪੁੱਤਰ ਇਤਿਹਾਸ ਦੀ ਵਿਚਾਰ ਆਈ ਹੈ। ਵਿਚਾਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਕਹੋ ਸੂਰਜਮਲ ਗਿਆ ਜਾਂਦਾ ਹੈ, ਗੁਰੂ ਬਣ ਕੋ ਬਣ ਮੈਂ ਚਾਹੈ, ਹੱਥ ਜੋੜ ਤਰ ਸਮੁਖ ਬਖਾਨਾ, ਮੈਂ ਨਾ ਮਨੋਰਥ ਬਣ ਮਠਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ